हेलो बच्चों, हाउ आर यू। आई होप तुमने जो पिछला लेक्चर है उसਨੂੰ अच्छी तरह देख लिया है, समझ लिया है। ਹੁਣ जिस चीज बारे ਅਸੀਂ डिस्कशन ਕਰਨ जा रहे ਹਾਂ ਉਹ है बड़ी इंपॉर्टेंट। बई ये ਜਿਹੜਾ जीरो वेक्टर है, इस जीरो वेक्टर ਦਾ पहले नंबर ते मतलब की है ते दूसरे नंबर ते इस दा सिग्निफिकेंस की है। ਅੱਜ वाले लेक्चर च ਅਸੀਂ पहली डिस्कशन जी है वो इस बारे करांगे और फिर उस तो बाद ਅਸੀਂ समझांगे कि ਜਿਹੜਾ वेक्टर एलजेब्रा है उस वेक्टर एलजेब्रा ਨੂੰ ਅਸੀਂ ਕਿਹੜੇ-ਕਿਹੜੇ ਫੰਡਾਮੈਂਟਲ ਆਪਰੇਸ਼ਨਸ ਮੈਥਮੈਟਿਕ ਦੇ ਅਪਲਾਈ ਕਰ ਸਕਦੇ ਹਾਂ। ਲਾਈਕ ਸਾਡੇ ਲਈ ਚਾਰ ਤਰ੍ਹਾਂ ਦੇ ਆਪਰੇਸ਼ਨਸ ਨੇ। one is addition, another is subtraction, then we have got multiplication and then we have got divisions। ਤਾਂ ਤੁਸੀਂ ਦੇਖੋਗੇ ਕਿ ਜਿਹੜਾ ਵੈਕਟਰ ਐਲਜਬਰਾ ਹੈ ਉਸ ਨੂੰ ਅਸੀਂ ਐਡੀਸ਼ਨ ਤੇ ਮਲਟੀਪਲੀਕੇਸ਼ਨ ਦੇ ਵਿੱਚ ਅਪਲਾਈ ਕਰਿਆ ਕਰਾਂਗੇ। ਇਸ ਦੇ ਜਿਹੜੇ ਰੂਲਸ ਨੇ ਦੇ ਕੈਨੋਟ ਬੀ ਡਾਇਰੈਕਟਲੀ ਅਪਲਾਈਡ ਫॉर ਸਬਟ੍ਰੈਕਸ਼ਨ ਐਂਡ ਡਿਵੀਜ਼ਨ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਰੂਲਸ ਡਾਇਰੈਕਟਲੀ ਸਬਟ੍ਰੈਕਸ਼ਨ ਤੇ ਡਿਵੀਜ਼ਨ ਅਪਲਾਈ ਨਹੀਂ ਹੋ ਸਕਦੇ। इसका मतलब ये नहीं है कि ਅਸੀਂ ਵੈਕਟਰ ਕੁਆਂਟੀਟੀਜ਼ ਨੂੰ ਸਬਟ੍ਰੈਕਟ ਨਹੀਂ ਕਰ ਸਕਦੇ। ਅਸੀਂ ਜਿਵੇਂ ਜਿਵੇਂ ਅੱਗੇ ਵਧਾਂਗੇ ਇਹਨਾਂ ਸਾਰਿਆਂ ਬਾਰੇ ਡਿਸਕਸ ਕਰਾਂਗੇ। ਤਾਂ ਆਓ ਸ਼ੁਰੂ ਕਰਦੇ ਹਾਂ। ਹੁਣ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਬਈ ਵਾਟ ਇਜ਼ ਜ਼ੀਰੋ ਵੈਕਟਰ। ਜ਼ੀਰੋ ਵੈਕਟਰ ਦਾ ਜਿਹੜਾ ਦੂਸਰਾ ਨਾਮ ਹੈ ਵੀ ਆਲਸੋ ਕਾਲ ਇਟ ਨਲ ਵੈਕਟਰ। ਔਰ ਉਸ ਦੀ ਜਿਹੜੀ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਹੈ ਯੂ ਨੀਡ ਟੂ ਪੁੱਟ ਅ ਜ਼ੀरो और जीरो दे ऊपर इस तरह एरो हेड लगा दोगे। सो दिस इज हाउ वी रिप्रेजेंट अ जीरो वेक्टर। सो अगर इसकी डेफिनेशन डिस्कस करनी है सो जीरो वेक्टर असीं लिखांगे जीरो वेक्टर इज ए वेक्टर दैट हैज जीरो मैग्नीट्यूड। मतलब इहदा मैग्नीट्यूड जिहड़ा है वो जीरो हुंदा है एंड एन आर्बिट्रेरी। आर्बिट्रेरी का मतलब होता है भी ये कोई स्पेसिफाइड डायरेक्शन नहीं है, भी किसी भी तरफ डायरेक्शन जिहड़ी है वो हो सकती है। सो बेसिकली जीरो वेक्टर इज ए वैनिशिंगली स्मॉल वेक्टर। मतलब मैग्नीट्यूड तो है ही नहीं और डायरेक्शन जिहड़ी है वो आर्बिट्रेरी है। हुण क्वेश्चन जिहड़ा तुहाडे मन च अराइज हो रहा होएगा वो ये है कि सर व्हाट इज द नीड of a zero vector। भाई अगर इसका मैग्नीट्यूड जीरो है और डायरेक्शन आर्बिट्रेरी है तो असी इस दे बारे गल ही क्यों कर रहे हैं। तो मैं तुहानू एक क्वेश्चन पूछना हाँ कि अगर सपोज एक है वेक्टर ए और एक है वेक्टर बी और असी ये कहने कि दोनों आपस में बराबर ने, ठीक है जी। तो ਤੁਸੀਂ ਮੈਨੂੰ ਇਹ ਦੱਸੋ ਵੀ A ਵੈਕਟਰ ਮਾਈਨਸ B ਵੈਕਟਰ ਕਿਸ ਦੇ ਬਰਾਬਰ ਹੋਏਗਾ। ਹੁਣ ਦੇਖੋ ਸੋਚਣ ਵਾਲੀ ਗੱਲ ਹੈ ਕਿ ਅਗਰ A ਤੇ B ਦੇ ਸਿਰਫ ਮੋਡੂਲਸ ਦੀ ਗੱਲ ਕੀਤੀ ਜਾਂਦੀ, ਲੈਟ ਅਸ ਸਪੋਜ਼ A ਦਾ ਮੈਗਨੀਟਿਊਡ ਹੁੰਦਾ 5, B ਦਾ ਮੈਗਨੀਟਿਊਡ ਵੀ ਹੁੰਦਾ 5, ਤਾਂ 5 - 5 ਕਰਕੇ ਆਨਸਰ 0 ਆ ਜਾਣਾ ਸੀ। ਬਟ ਹੁਣ ਮੈਂ ਸਪੋਜ਼ ਤੁਹਾਨੂੰ ਕਹਿਣਾ ਕਿ ਇੱਕ ਆਬਜੈਕਟ ਮੂਵ ਕਰ ਰਿਹਾ ਹੈ ਵਿਦ ਅ ਵੈਲੋਸਿਟੀ ਆਫ 5 ਮੀਟਰ ਪਰ ਸੈਕਿੰਡ ਟੁਵਰਡਸ ਦਿਸ डायरेक्शन और दूसरा ऑब्जेक्ट जिहड़ा है वो मूव कर रहा है विद ए स्पीड ऑफ 5 मीटर पर सेकेंड टुवर्ड्स दिस डायरेक्शन। तो हुण तुसीं देखो दोनों का मैग्नीट्यूड तो इक्वल है बट इसकी वेलोसिटी जिहड़ी है उसकी ए डायरेक्शन है, इसकी जिहड़ी स्पीड है उसकी ए डायरेक्शन है। इसनूं असीं लिख दिंदे आ V2 वैक्टर, इसनूं लिख दिंदे आ V1 वैक्टर। ਹੁਣ ਇੱਥੇ ਬੱਚਿਓ V1 ਵੈਕਟਰ ਤੇ V2 ਵੈਕਟਰ ਤਾਂ ਆਪਸ ਵਿੱਚ ਬਰਾਬਰ ਨੇ, ਪਰ ਅਗਰ ਅਸੀਂ V1 ਵੈਕਟਰ ਮਾਈਨਸ V2 ਵੈਕਟਰ ਕਰਾਂਗੇ ਤਾਂ ਉਸ ਦਾ ਆਨਸਰ ਕਿੰਨਾ ਹੋਏਗਾ। ਤਾਂ ਆਨਸਰ ਹੈ ਮੈਗਨੀਟਿਊਡ ਤਾਂ 0 ਆਏਗਾ ਬਟ ਡਾਇਰੈਕਸ਼ਨ ਕਿੱਧਰ ਹੋਏਗੀ। ਸੋ ਦੈਟ ਡਾਇਰੈਕਸ਼ਨਲ ਪਾਰਟ ਨੂੰ ਸਪੈਸੀਫਾਈ ਕਰਨ ਦੇ ਲਈ ਵੀ ਨੀਡ ਟੂ ਡਿਫਾਈਨ ਦਿਸ ਜ਼ੀਰੋ ਵੈਕਟਰ, ਠੀਕ ਹੈ। ਇਸੇ ਤਰ੍ਹਾਂ ਹੀ ਇੱਕ ਛੋਟੀ ਜਿਹੀ ਹੋਰ ਵੀ ਐਗਜ਼ਾਮਪਲ ਲੈ ਲੈਂਦੇ ਹਾਂ। ਸਪੋਜ਼ ਇੱਕ कोई साडे लवे मेजरमेंट है या कोई कांस्टेंट है से k और जिहड़ा k है से दैट इज इक्वल टू माइनस ऑफ y, ठीक है। तो असी k दे विच y नू ऐड कर देने लाइक दिस k प्लस y इनटू से वेक्टर a।
ਇਹ ਬੋਲੋ ਕਿਹਦੇ ਬਰਾਬਰ ਹੋਏਗਾ। ਹੁਣ ਦੇਖੋ k ਕਿਹਦੇ ਬਰਾਬਰ ਹੈ -y ਦੇ ਨਾ, ਤਾਂ ਇੱਥੇ ਕੀ ਪੁੱਟ ਕਰਾਂਗੇ -y + y। -y + y ਇਹਨਾਂ ਦਾ ਜਿਹੜਾ ਮੈਗਨੀਟਿਊਡ ਹੈ ਉਹ ਤਾਂ 0 ਆ ਜਾਏਗਾ, ਬਟ ਜਦੋਂ ਉਸ 0 ਨੂੰ ਤੁਸੀਂ ਵੈਕਟਰ ਦੇ ਨਾਲ ਕਿਸੇ ਵੀ ਵੈਕਟਰ ਦੇ ਨਾਲ ਮਲਟੀਪਲਾਈ ਕਰੋਗੇ ਤਾਂ ਤੁਹਾਡਾ ਆਨਸਰ ਕਿੰਨਾ ਆਏਗਾ। ਤਾਂ ਆਨਸਰ ਹੈ ਜੋ ਵੀ ਰਿਜ਼ਲਟੈਂਟ ਆਏਗਾ ਉਸ ਦਾ ਬੱਚੋ ਮੈਗਨੀਟਿਊਡ ਤਾਂ 0 ਹੋਏਗਾ, ਬਟ ਉਹਦੇ ਨਾਲ ਕੋਈ ਡਾਇਰੈਕਸ਼ਨਲ ਕਨਸੈਪਟ ਵੀ ਤਾਂ ਐਸੋਸੀਏਟ ਹੋਏਗਾ। ਤਾਂ ਉਸ ਡਾਇਰੈਕਸ਼ਨਲ ਕੰਸੀਡਰੇਸ਼ਨ ਨੂੰ ਲੈਂਦੇ ਹੋਏ ਵੀ ਨੀਡ ਟੂ ਡਿਫਾਈਨ ਦਿਸ 0 ਵੈਕਟਰ। ਤਾਂ ਮੈਂ ਸਮਝਦਾ ਕਿ ਤੁਹਾਨੂੰ ਸਮਝ ਆ ਰਹੀ ਹੋਏਗੀ ਕਿ what is the need of actually defining a 0 vector। ਓਕੇ ਫਾਈਨ। ਹੁਣ ਅਸੀਂ ਕੀ ਕਰਨਾ ਹੈ, ਹੁਣ ਅਸੀਂ ਇਹ ਜਿਹੜਾ 0 ਵੈਕਟਰ ਹੈ ਇਹਨਾਂ ਦੀਆਂ ਕੁਝ ਫੰਡਾਮੈਂਟਲ ਪ੍ਰੋਪਰਟੀਜ਼ ਨੇ, ਤਾਂ ਉਹਨਾਂ ਪ੍ਰੋਪਰਟੀਜ਼ ਨੂੰ ਡਿਸਕਸ ਕਰਦੇ ਹਾਂ। ਤਾਂ ਨੈਕਸਟ ਜਿਹੜੀ ਹੈਡਿੰਗ ਬਣੇਗੀ ਉਹ ਹੈ ਪ੍ਰੋਪਰਟੀਜ਼ ਆਫ 0 ਵੈਕਟਰਸ। ਦੇਖੋ ਪਹਿਲੀ ਜਿਹੜੀ ਪ੍ਰੋਪਰਟੀ ਹੈ, ਸਪੋਜ਼ ਅਸੀਂ ਕਿਸੇ ਵੀ ਵੈਕਟਰ ਦੇ ਵਿੱਚ ਅਗਰ 0 ਵੈਕਟਰ ਨੂੰ ਐਡ ਕਰਾਂਗੇ ਤਾਂ ਸਾਡਾ ਜਿਹੜਾ ਰਿਜ਼ਲਟੈਂਟ ਵੈਕਟਰ ਹੈ ਇਟ ਵਿਲ ਬੀ ਦਾ ਓਰੀਜਨਲ ਵੈਕਟਰ। ਤਾਂ ਮੰਨ ਲਓ ਅਸੀਂ ਕਿਸੇ ਵੈਕਟਰ A 'ਚ 0 ਵੈਕਟਰ ਨੂੰ ਐਡ ਕਰਿਆ ਤਾਂ ਰਿਜ਼ਲਟੈਂਟ ਵੈਕਟਰ ਵਿਲ ਰਿਮੇਨ ਸੇਮ। ਬਟ ਅਗਰ ਮੰਨ ਲਓ ਅਸੀਂ ਕਿਸੇ ਰੀਅਲ ਨੰਬਰ ਨੂੰ, ਸਾਡੇ ਲਵੇ ਮੰਨ ਲਓ ਕੋਈ ਰੀਅਲ ਨੰਬਰ ਹੈ, ਉਸ ਨੂੰ 0 ਵੈਕਟਰ ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਜਿਹੜਾ ਸਾਡਾ ਆਨਸਰ ਆਏਗਾ that will be 0 ਵੈਕਟਰ। ਠੀਕ ਹੈ ਜੀ। ਇਸੇ ਤਰ੍ਹਾਂ ਹੀ ਸਪੋਜ਼ ਸਨੇ ਕੋਈ 0 ਹੈ, 0 ਨੂੰ ਕਿਸੇ ਵੀ ਵੈਕਟਰ ਕੁਆਂਟੀਟੀ ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਜਿਹੜਾ ਸਾਡਾ ਆਨਸਰ ਹੈ that will come to be 0 ਵੈਕਟਰ, ਰਾਈਟ। ਓਕੇ, ਔਰ ਫਿਰ ਸਪੋਜ਼ ਸਾਡੇ ਲਵੇ ਦੋ नॉन जीरो रियल नंबर्स ने बट अलग अलग ने। लेट अस सपोज एक नंबर है k और दूसरा नंबर है y। ਹੁਣ k ਨੂੰ ਅਸੀਂ ਮੰਨ ਲਓ ਮਲਟੀਪਲਾਈ ਕਰ ਦਿੰਦੇ ਆ ਵੈਕਟਰ a ਦੇ ਨਾਲ, ਔਰ y ਨੂੰ ਮਲਟੀਪਲਾਈ ਕਰ ਦਿੰਦੇ ਆ ਵੈਕਟਰ b ਦੇ ਨਾਲ, ਔਰ ਮੈਂ ਇਹ ਲਿਖਦਾ ਕਿ ਦੇ ਬੋਥ ਆਰ ਇਕੁਅਲ। ਹੁਣ ਇਹ ਉਦੋਂ ਹੀ ਬਰਾਬਰ ਹੋ ਸਕਦੇ ਨੇ ਅਗਰ if now these are two different numbers। ਹੁਣ ਇਹ ਇਕੁਏਸ਼ਨ ਉਦੋਂ ਹੀ ਵੈਲਿਡ ਹੋਏਗੀ if both a vector and b vector are 0 vectors। ਇਹ ਰਿਲੇਸ਼ਨ ਉਦੋਂ ਹੀ ਵੈਲਿਡ ਹੋਏਗਾ। ਦੇਖੋ ਮਤਲਬ ਇਸ ਗੱਲ ਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੋ ਬਈ ਜਿਹੜਾ 0 ਵੈਕਟਰ ਹੈ ਨੋ ਡਾਊਟ ਇਹਨੂੰ ਅਸੀਂ ਬਹੁਤਾ ਜ਼ਿਆਦਾ ਮੈਥਮੈਟੀਕਲ ਕੈਲਕੂਲੇਸ਼ਨਸ 'ਚ ਇਨਵੋਲਵ ਨਹੀਂ ਵੀ ਕਰਾਂਗੇ, ਬਟ ਫਿਰ ਵੀ ਜਿੱਥੇ ਅਸੀਂ ਬੇਸਿਕ ਫਿਜ਼ਿਕਸ ਡਿਫਾਈਨ ਕਰਨੀ ਹੈ, ਫੰਡਾਮੈਂਟਲ ਫਿਜ਼ਿਕਸ ਡਿਫਾਈਨ ਕਰਨੀ ਹੈ, ਐਕਚੁਅਲ ਦੇ ਵਿੱਚ ਰੀਅਲਿਸਟਿਕ ਸਿਚੁਏਸ਼ਨ 'ਚ ਕੁਆਂਟੀਟੀਜ਼ ਨੂੰ ਸਮਝਣਾ ਹੈ, ਤਾਂ ਇੱਥੇ ਇਸ ਦੀ ਡੈਫੀਨੇਸ਼ਨ ਇਸ ਨੂੰ ਡਿਫਾਈਨ ਕਰਨਾ ਬਣਦਾ ਹੀ ਬਣਦਾ ਹੈ। ਠੀਕ ਹੈ, ਤਾਂ ਇਹਦੀਆਂ ਪ੍ਰੋਪਰਟੀਜ਼ ਤੁਸੀਂ ਸਮਝ ਲੈਣੀਆਂ ਨੇ, ਕੁਝ ਖਾਸ ਨਹੀਂ ਹੈ। ਕਈ ਵਾਰੀ ਮੈਂ ਦੇਖਿਆ ਹੈ ਕੁਝ ਜਿਹੜੇ ਕਨਸੈਪਚੁਅਲ ਕੁਐਸਚਨਸ ਹੁੰਦੇ ਨੇ ਉੱਥੇ 0 ਵੈਕਟਰ ਦੇ ਨਾਲ ਰਿਲੇਟਡ ਡਿਸਕਸ਼ਨ ਕੀਤੀ ਹੁੰਦੀ ਹੈ, ਤਾਂ ਤੁਹਾਨੂੰ ਇਹ ਜਿਹੜਾ ਕਨਸੈਪਟ ਹੈ ਉਹ ਅੱਛੇ ਤਰੀਕੇ ਨਾਲ ਕਲੀਅਰ ਹੋਣਾ ਚਾਹੀਦਾ ਬਈ ਜ਼ਰੂਰਤ ਕੀ ਹੈ ਤੇ ਇਹਨਾਂ ਦੀਆਂ ਪ੍ਰੋਪਰਟੀਜ਼ ਕੀ ਨੇ। ਠੀਕ ਹੈ, ਹੁਣ ਕੁਝ ਫਿਜ਼ੀਕਲ ਐਗਜ਼ਾਮਪਲਸ ਵੀ ਨੇ ਜਿਹੜੀਆਂ 0 ਵੈਕਟਰਸ ਦੀਆਂ ਮੈਂ ਤੁਹਾਡੇ ਸਾਹਮਣੇ ਕੋਟ ਕਰਦਾ। Let us write some physical examples। Number 1 है पोजीशन वेक्टर। पर ये तुसी पूरा इस तरह सुन के नहीं एकदम समझ लेना। पोजीशन वेक्टर का मतलब की है, पोजीशन वेक्टर किसी भी पार्टिकल दा, पोजीशन वेक्टर ऑफ ए पार्टिकल lying at origin, lying at ओरिजिन मतलब कोई पार्टिकल है ਉਹਦੀ ਸਥਿਤੀ ਦੀ ਗੱਲ ਕਰ ਰਹੇ ਹਾਂ ਔਰ ਅਸੀਂ ਕਹਿ ਰਹੇ ਹਾਂ ਕਿ ओरिजिन ਤੇ ਲਾਈ ਕਰ ਰਿਹਾ, ਤਾਂ ਦੇਖੋ ਹੁਣ ਉਹ ਪੋਜੀਸ਼ਨ ਵੈਕਟਰ ਡਿਫਾਈਨ ਕਰ ਰਿਹਾ ਨਾ, ਤਾਂ ਪੋਜੀਸ਼ਨ ਵੈਕਟਰ ਉਹਦਾ ਕੀ ਹੋਏਗਾ 0 ਵੈਕਟਰ ਹੋਏਗਾ। ਓਕੇ, ਵੈਲੋਸਿਟੀ ਵੈਕਟਰ ਆਫ ਅ ਸਟੇਸ਼ਨਰੀ ਆਬਜੈਕਟ। ਦੇਖੋ ਇਹੀ ਛੋਟੇ ਛੋਟੇ ਕੁਐਸਚਨਸ ਨੇ, ਇਹ ਜਿਹੜੇ ਤੁਹਾਡੇ ਕੰਪੀਟੀਟਿਵ ਦੇ ਕੁਐਸਚਨਸ ਬਣ ਸਕਦੇ ਨੇ। ਵੈਲੋਸਿਟੀ ਵੈਕਟਰ ਆਫ ए स्टेशनरी वेक्टर that is also a 0 vector है ना। पूछ सकता है कि velocity vector जेड़ा है is it an example of 0 vector, ਤਾਂ ਤੁਸੀਂ आंसर कहोगे yes if the object is stationary। okay, third example देख लेने हाँ, acceleration vector of an object moving with
मूविंग विद यूनिफॉर्म वेलोसिटी, मूविंग विद यूनिफॉर्म वेलोसिटी। देखो अगर कोई ऑब्जेक्ट यूनिफॉर्म वेलोसिटी दे नाल मूव कर रहा है, यूनिफॉर्म स्पीड दे नाल मूव कर रहा है, सो वी नो देयर इज नो चेंज इन स्पीड, सो देयर इज नो एक्सेलरेशन, राइट। बट अगर ਅਸੀਂ ਕਹਾਂਗੇ कि यूनिफॉर्म वेलोसिटी दे नाल मूव कर रहा है, देन व्हाट इज द वैल्यू ऑफ एक्सेलरेशन, ਤਾਂ ਤੁਸੀਂ ਬੋਲੋਗੇ कि सर एक्सेलरेशन इज जीरो। जीरो ਤਾਂ मैग्नीट्यूड है, बट ਉਹਦੀ ਕੋਈ डायरेक्शन भी ਤਾਂ होएगी। द डायरेक्शन कुड बी आर्बिट्रेरी, डायरेक्शन कुड बी अलोंग द डायरेक्शन ऑफ वेलोसिटी वेक्टर, ਤਾਂ ਉਸ ਨੂੰ ਅਸੀਂ ਕੀ ਕਹਾਂਗੇ, जीरो वैक्टर कहांगे। तो ये कुछ एग्जांपल्स हुईयां अबाउट जीरो वैक्टर। तो आई होप कि तुहानू एक कंसेप्ट समझ आया है कि व्हाट इज द सिग्निफिकेंस ऑफ जीरो वैक्टर एंड व्हाट इज द नीड टू डिफाइन जीरो वैक्टर। तो मैं तुहानू पिछले लैक्चर्स भी कन्वे किया सीगा कि दो वैक्टर्स बड़े इंपॉर्टेंट ने जिहड़े असीं अच्छी तरह समझने ने। एक है यूनिट वैक्टर और दूसरा है जीरो वैक्टर। हाल फिलहाल दी घड़ी मैं तुहानू क्लीयर कर देना चाहना कि जीरो वैक्टर दी डिस्कशन बस इन्नी की है, तुहानू इहदा कॉन्सैप्ट क्लीयर होना चाहिए है। यूनिट वैक्टर दी डिस्कशन बहुत लंबी है, अगे तक चलेगी। हुण अगलियां क्लासेस दे विच असीं उस दे बारे होर डिटेल च एनालिसिस करांगे। इस दे नाल नाल ਅਸੀਂ फटाफट एक छोटी होर डिस्कशन कर ਲੈਂਦੇ ਆ कि ਕੀ ਹੁੰਦਾ ਹੈ ਜਦੋਂ ਵੀ ਕਿਸੇ ਵੈਕਟਰ ਨੂੰ ਅਸੀਂ ਇੱਕ ਰੀਅਲ ਨੰਬਰ ਦੇ ਨਾਲ ਮਲਟੀਪਲਾਈ ਕਰਦੇ ਆ। सपोज कोई वैक्टर क्वांटिटी है a और उस वैक्टर क्वांटिटी ਨੂੰ ਅਸੀਂ लैम्डा ਦੇ ਨਾਲ ਮਲਟੀਪਲਾਈ ਕਰਦੇ ਆ। ਸੋ व्हाट इज लैम्डा, ਤਾਂ ਆਨਸਰ ਇਜ਼ लैम्डा इज ए रियल नंबर। ਤਾਂ ਦੋਨਾਂ ਨੂੰ ਮਲਟੀਪਲਾਈ ਕਰਨ ਤੇ व्हाट यू विल बी गेटिंग, ਤਾਂ आंसर इज यू विल बी गेटिंग द सेम क्वांटिटी। सेम क्वांटिटी का मतलब है कि अगर ये डिस्प्लेसमेंट वेक्टर सी, सो देन यू विल बी गेटिंग डिस्प्लेसमेंट वेक्टर। अगर ये वेलोसिटी वेक्टर सी, सो यू विल बी गेटिंग डिस्प्लेसमेंट वेलोसिटी वेक्टर। अगर ये एक्सेलरेशन वेक्टर सी, फोर्स वेक्टर सी, सो यू विल बी गेटिंग दैट सेम ओरिजिनल क्वांटिटी। बट फर्क सिर्फ इन्ना आएगा कि जिहड़ा उसका मैग्नीट्यूड है दैट विल बिकम लैम्डा टाइम्स। ओके, इस चीज नूं थोड़ा जा एक एग्जाम्पल दे नाल समझते हाँ। मान लो कोई वेलोसिटी वेक्टर है जिसनूं मैं इस तरह रिप्रेजेंट कर रहा लाइक दिस, दैट मीनस इन्ना को दा मैग्नीट्यूड है और उहदी डायरेक्शन इस तरफ है। हुण इसनूं मैं मल्टीप्लाई कर दिंदा हाँ एक नंबर दे नाल सी 2। तो जदों 2 दे नाल मल्टीप्लाई किया इस वेलोसिटी वेक्टर नूं, हुण बच्चों की होएगा, ये जिहड़ा वेक्टर है वेक्टर दा मैग्नीट्यूड हो जाएगा डबल, 2 गुना, बट उसकी डायरेक्शन ते कोई फर्क नहीं पएगा। तो उसकी जिहड़ी फंडामेंटल नेचर है दैट विल नॉट चेंज। फाइन। हुण सपोज इसे वैक्टर v नूं असीं मल्टीप्लाई कर दिंदे हां -2 दे नाल। तो जदों -2 दे नाल मल्टीप्लाई करांगे, नाउ व्हाट विल हैपन, अगेन द मैग्नीट्यूड विल बिकम डबल, बट नाउ the direction will be in an opposite sense। पर फिर भी जिहड़ी उहदी फंडामेंटल नेचर है वेलोसिटी वाली वो चेंज नहीं हुई, इट इज स्टिल दैट ओरिजिनल क्वांटिटी। तो तुसी याद रखना है कि जदों भी असी किसी भी रियल नंबर दे नाल किसी भी वैक्टर क्वांटिटी नूं मल्टीप्लाई करते हाँ, तो जिहड़ा रिजल्टेंट क्वांटिटी है इट विल बी सेम, द ओनली डिफरेंस विल बी इन इट्स मैग्नीट्यूड। बट ਕੀ ਹੁੰਦਾ ਹੈ ਜਦੋਂ ਅਸੀਂ ਕਿਸੇ ਵੀ ਵੈਕਟਰ ਕੁਆਂਟੀਟੀ ਨੂੰ ਕਿਸੇ ਸਕੇਲਰ ਕੁਆਂਟੀਟੀ ਦੇ ਨਾਲ ਮਲਟੀਪਲਾਈ ਕਰਦੇ ਹਾਂ। ਸੋ ਮਲਟੀਪਲੀਕੇਸ਼ਨ ਆਫ ਅ ਵੈਕਟਰ ਬਾय ਅ ਸਕੇਲਰ ਕੁਆਂਟੀਟੀ। ਤਾਂ ਇਸ ਚੀਜ਼ ਨੂੰ ਤੁਹਾਨੂੰ ਥੋੜਾ ਜਿਹਾ ਸਮਝਣਾ ਪੈਣਾ ਹੈ। ਦੇਖੋ वेलोसिटी एक वैक्टर क्वांटिटी है, ठीक है जी। हुण असीं इस नूं मास दे नाल मल्टीप्लाई करते हैं, तो जो मास नूं असीं वेलोसिटी वैक्टर दे नाल मल्टीप्लाई करते हैं तो जिहड़ा इन्हां दोनों का रिजल्टेंट निकल के आएगा, नाउ इट इज नॉट वेलोसिटी वैक्टर। हुण वो साडे लवे एक नवी क्वांटिटी निकल के आएगी जिसनूं असीं बोलदे हां मोमेंटम वैक्टर। तां जदों किसी वैक्टर क्वांटिटी नू स्केलर क्वांटिटी दे नाल मल्टीप्लाई करांगे, विल बी गेटिंग ए न्यू वैक्टर क्वांटिटी। एग्जांपल होर देख लेने हां। सपोज वी हैव गॉट एक्सेलरेशन वैक्टर। एक्सेलरेशन वैक्टर नू बच्चों जदों तुसी स्केलर दे नाल से मास दे नाल मल्टीप्लाई कीता तां थोनू मल्टीप्लिकेंट जिहड़ा है इट विल बी नॉट एक्सेलरेशन वैक्टर, यू विल बी गेटिंग ए न्यू फिजिकल क्वांटिटी दैट इज
ਫੋਰਸ ਵੈਕਟਰ। ਠੀਕ ਹੈ ਜੀ। ਤਾਂ ਇਹ ਦੋ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਯਾਦ ਰੱਖਣੀਆਂ ਨੇ ਕਿ ਜਦੋਂ ਕਿਸੇ ਵੀ ਵੈਕਟਰ ਕੁਆਂਟੀਟੀ ਨੂੰ ਅਸੀਂ ਰੀਅਲ ਨੰਬਰ ਦੇ ਨਾਲ ਮਲਟੀਪਲਾਈ ਕਰਦੇ ਹਾਂ, ਸੋ ਵਿਲ ਬੀ ਗੈਟਿੰਗ ਦ ਸੇਮ ਕੁਆਂਟੀਟੀ ਬਟ ਦ ਓਨਲੀ ਡਿਫਰੈਂਸ ਵਿਲ ਬੀ ਇਨ ਦ ਮੈਗਨੀਟਿਊਡ ਨਾਓ और मे बी डायरेक्शन अकॉर्डिंगली चेंज हो सकती है इफ इट इज ए पॉजिटिव नंबर और नेगेटिव नंबर। और अगर किसी वैक्टर ਨੂੰ ਅਸੀਂ ਇੱਕ ਸਕੇਲਰ ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਉਸ ਵੈਕਟਰ ਦੀ खुद ਦੀ ਜਿਹੜੀ ਤਬੀਅਤ ਹੈ ਜਾਂ खुद ਦੀ ਜਿਹੜੀ ਫੰਡਾਮੈਂਟਲ ਨੇਚਰ ਹੈ ਉਹ ਬਦਲ ਜਾਏਗੀ ਐਂਡ ਇਟ ਵਿਲ ਬੀ ਏ ਨਿਊ ਵੈਕਟਰ। ਤਾਂ ਇਹ ਕੁਝ ਬੇਸਿਕ ਡਿਸਕਸ਼ਨਸ ਹੁਣ ਅਸੀਂ ਕੈਰੀ ਆਊਟ ਕੀਤੀਆਂ ਨੇ। ਹੁਣ ਅਸੀਂ ਕੁਝ ਫੰਡਾਮੈਂਟਲ ਮੈਥਮੈਟੀਕਲ ਆਪਰੇਸ਼ਨਸ ਵੈਕਟਰ ਐਲਜਬਰਾ ਦੇ ਵਿੱਚ ਡਿਫਾਈਨ ਕਰਨ ਜਾ ਰਹੇ ਹਾਂ। ਤਾਂ ਤੁਹਾਨੂੰ ਪਤਾ ਹੈ ਕਿ ਐਲਜਬਰਾ ਦੇ ਵਿੱਚ ਕਈ ਤਰ੍ਹਾਂ ਦੇ ਆਪਰੇਸ਼ਨ ਹੁੰਦੇ ਨੇ, ਲਾਈਕ ਜਿਹੜੇ ਬੇਸਿਕ ਨੇ ਉਹ ਹੈ ਐਡੀਸ਼ਨ, ਸਬਟ੍ਰੈਕਸ਼ਨ, ਮਲਟੀਪਲੀਕੇਸ਼ਨ ਤੇ ਡਿਵੀਜ਼ਨਸ। ਤਾਂ ਇਸੇ ਤਰ੍ਹਾਂ ਵੈਕਟਰ ਐਲਜਬਰਾ ਦੇ ਵਿੱਚ ਵੀ ਅਸੀਂ ਦੋ ਤਰ੍ਹਾਂ ਦੇ ਆਪਰੇਸ਼ਨਸ ਜਿਹੜੇ ਨੇ ਉਹ ਡਿਫਾਈਨ ਕੀਤੇ ਹੋਏ ਨੇ। ਤਾਂ ਉਹ ਕਿਹੜੇ ਆਪਰੇਸ਼ਨ ਨੇ? ਤਾਂ ਪਹਿਲਾ ਜਿਹੜਾ ਆਪਰੇਸ਼ਨ ਹੈ मैथमेटिकल वो है एडिशन दा, और दूसरा जिहड़ा ऑपरेशन है वो है मल्टीप्लिकेशन दा, मल्टीप्लिकेशन। इसका मतलब ये है कि अगर मैं सिर्फ यही दो ऑपरेशन लिख रहा दैट मीन्स कि वैक्टर एलजेब्रा सबट्रैक्शन नू डिफाइन नहीं करता, वैक्टर एलजेब्रा डिवीजन नू डिफाइन नहीं करता। बाकी ਜਿਹੜੇ ਹੋਰ ਐਕਸਪੋਨੈਂਸ਼ੀਅਲ ਆਪਰੇਸ਼ਨ ਨੇ ਉਹ ਉਹੀ ਜਿਵੇਂ ਅਸੀਂ ਸਕੇਲਰ ਕੁਆਂਟੀਟੀਜ਼ ਦੇ ਲੌਜਿਕ ਚ ਅਪਲਾਈ ਕਰਦੇ ਆ ਇੱਥੇ ਵੀ ਅਪਲਾਈ ਕਰ ਦਾਂਗੇ। ਬਟ ਇਹਦਾ ਮਤਲਬ ਇਹ ਹੈ ਕਿ ਵੈਕਟਰ ਐਲਜਬਰਾ ਜਿਹੜਾ ਹੈ ਉਹ ਸਿਰਫ ਤੇ ਸਿਰਫ ਐਡੀਸ਼ਨ ਤੇ ਮਲਟੀਪਲੀਕੇਸ਼ਨ ਨੂੰ ਡਿਫਾਈਨ ਕਰਦਾ ਹੈ। ਹੁਣ ਅਗਰ ਸਾਡੇ ਲਈ ਸਿਚੁਏਸ਼ਨ ਇਸ ਤਰ੍ਹਾਂ ਦੀ ਬਣ ਕੇ ਆਏਗੀ ਕਿ ਭਾਈ ਦੋ ਕੁਆਂਟੀਟੀਜ਼ ਨੂੰ ਸਬਟ੍ਰੈਕਟ ਕਰੋ, ਦੋ ਕੁਆਂਟੀਟੀਜ਼ ਨੂੰ ਡਿਵਾਈਡ ਕਰੋ, ਦੋ ਕੁਆਂਟੀਟੀਜ਼ ਤੋਂ ਮੇਰਾ ਮਤਲਬ ਹੈ ਵੈਕਟਰਸ ਨੂੰ, ਤਾਂ ਉਸ ਪਾਰਟਿਕੂਲਰ ਕੇਸ 'ਚ ਅਸੀਂ ਐਡੀਸ਼ਨ ਤੇ ਮਲਟੀਪਲੀਕੇਸ਼ਨ ਦੀ ਹੀ ਹੈਲਪ ਲਵਾਂਗੇ। ਇਹ ਤੁਸੀਂ ਦੇਖੋ ਅੱਗੇ ਜਾ ਕੇ ਜਿਵੇਂ ਅਸੀਂ ਅੱਗੇ ਵਧਦੇ ਜਾਵਾਂਗੇ ਇਹਨਾਂ ਚੀਜ਼ਾਂ ਨੂੰ ਅਸੀਂ ਡਿਸਕਸ ਕਰਾਂਗੇ। ਤਾਂ ਹੁਣ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਵੈਕਟਰ ਐਡੀਸ਼ਨ। ਵੈਕਟਰ ਐਡੀਸ਼ਨ ਤਾਂ ਵੈਕਟਰ ਐਡੀਸ਼ਨ ਦੇ ਕੇਸ 'ਚ देखो सपोज मेरे लिए एक वेक्टर है ए वेक्टर और एक कोई होर वेक्टर है बी वेक्टर। ठीक है, ਜ਼ਰੂਰੀ ਨਹੀਂ ਕਿ ਦੋ ਹੀ ਵੈਕਟਰਸ ਹੋਣ, ਦੋ ਤੋਂ ਜ਼ਿਆਦਾ ਵੈਕਟਰਸ ਵੀ ਹੋ ਸਕਦੇ ਨੇ। ਜਦੋਂ ਅਸੀਂ ਵੈਕਟਰਸ ਨੂੰ ਐਡ ਕਰਨਾ ਹੈ ਤਾਂ ਹਾਲ ਫਿਲਹਾਲ ਮੈਂ ਬੇਸਿਕ ਜੇ ਡਿਸਕਸ਼ਨ ਕਰ ਰਿਹਾ ਹਾਂ ਕਿ ਮੰਨ ਲਓ ਦੋ ਵੈਕਟਰਸ ਨੇ ਔਰ ਦੋਨਾਂ ਨੂੰ ਐਡ ਕਰਨਾ ਹੈ ਤਾਂ ਕਿਵੇਂ ਐਡੀਸ਼ਨ ਦਾ ਪ੍ਰੋਸੈਸ ਅਸੀਂ ਐਗਜ਼ੀਕਿਊਟ ਕਰਾਂਗੇ। ਤਾਂ ਬਹੁਤ ਧਿਆਨ ਨਾਲ ਸਮਝਿਓ, ਇਹਨਾਂ 'ਚ ਕੋਈ ਬਹੁਤ ਬੇਸਿਕ ਚੀਜ਼ਾਂ ਨੇ, ਬਰੀਕ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਹੁਣ ਸਮਝਾਉਣ ਜਾ ਰਿਹਾ। देखो ਜਦੋਂ ਅਸੀਂ ਵੈਕਟਰ ਐਡੀਸ਼ਨ ਕਰਨਾ ਹੈ ਨਾ, ਸੋ ਇੱਥੇ ਮੇਰੇ ਲਈ ਦੋ ਪੋਸਿਬਿਲਿਟੀਜ਼ ਨੇ। ਅੱਛਾ ਇੱਕ ਹੋਰ ਗੱਲ ਸੁਣੋ, ਜਦੋਂ ਵੀ ਅਸੀਂ ਵੈਕਟਰਸ ਦੀ ਐਡੀਸ਼ਨ ਕਰਨੀ ਹੁੰਦੀ ਹੈ ਬੱਚਿਓ, ਇੱਕ ਗੱਲ ਬਹੁਤ ਧਿਆਨ ਨਾਲ ਸੁਣਿਓ, ਸਾਡੇ ਲਈ ਇੱਕ ਫਰੀडम ਹੈ। ਉਹ ਫਰੀडम ਇਹ ਹੈ ਕਿ ਜਿਵੇਂ ਦੋ ਵੈਕਟਰਸ ਨੂੰ ਐਡ ਕਰਨਾ ਹੈ A ਤੇ B ਨੂੰ, ਤਾਂ ਅਸੀਂ ਇਹ ਕਰ ਸਕਦੇ ਹਾਂ ਕਿ ਅਸੀਂ A ਨੂੰ ਚੱਕ ਕੇ B ਦੇ ਕੋਲੇ ਲੈ ਕੇ ਜਾ ਸਕਦੇ ਹਾਂ ਜਾਂ B ਨੂੰ ਚੱਕ ਕੇ A ਦੇ ਕੋਲੇ ਲੈ ਕੇ ਜਾ ਸਕਦੇ ਹਾਂ। ਪਰ ਕੰਡੀਸ਼ਨ ਸਿਰਫ ਇੰਨੀ ਕੀ ਹੈ ਕਿ ਅਸੀਂ ਉਸ ਦੀ ਡਾਇਰੈਕਸ਼ਨ ਜਾਂ ਮੈਗਨੀਟਿਊਡ ਨਹੀਂ ਬਦਲ ਸਕਦੇ। ਬਸ ਇਹਨੂੰ ਜਿਵੇਂ ਆ ਵੈਕਟਰ B ਪਿਆ ਹੈ, ਵੈਕਟਰ B ਨੂੰ ਮੈਂ ਚੱਕ ਕੇ ਉਰੇ ਲਿਜਾ ਕੇ ਰੱਖਤਾ A ਦੇ ਨਾਲ, ਜਾਂ ਉਰੇ ਲਿਜਾ ਕੇ ਰੱਖਤਾ, ਜਾਂ ਉਰੇ ਇਸ ਤਰ੍ਹਾਂ ਲਿਜਾ ਕੇ ਰੱਖਤਾ, ਕਿਸੇ ਵੀ ਤਰੀਕੇ ਅਸੀਂ ਇਹਨਾਂ ਨੂੰ ਮੂਵ ਕਰਵਾ ਸਕਦੇ ਹਾਂ ਵਿਦਾਊਟ ਚੇਂਜਿੰਗ देयर डायरेक्शन एंड विदाउट चेंजिंग देयर मैग्नीट्यूड। ਤਾਂ ਦੇਖੋ ਪਹਿਲੀ ਸਿਚੁਏਸ਼ਨ ਇਹ ਹੈ ਕਿ ਵੈਕਟਰ A ਨੂੰ ਤਾਂ ਮੈਂ ਇਸੇ ਤਰ੍ਹਾਂ ਹੀ ਰੱਖਿਆ ਔਰ ਆ ਜਿਹੜਾ ਵੈਕਟਰ B ਸੀਗਾ ਇਹਨੂੰ ਮੈਂ ਚੱਕ ਕੇ ਇਸ ਤਰ੍ਹਾਂ ਰੱਖਿਆ ਕਿ ਜਿਹੜਾ ਵੈਕਟਰ B ਹੈ ਉਸ ਦੀ ਟੇਲ, ਆ ਟੇਲ ਹੈ ਨਾ, ਤੁਹਾਨੂੰ ਦੱਸਿਆ ਸੀ ਇਹ ਟੇਲ ਵੈਕਟਰ A ਦੇ ਦਿਸ ਇਜ਼ ਹੈਡ, ਵੈਕਟਰ A ਦੇ ਹੈਡ ਦੇ ਨਾਲ ਕੋਇਨਸਾਈਡ ਕਰਦੀ ਹੈ। ਠੀਕ ਹੈ ਜੀ, ਤਾਂ ਆ ਇੱਕ ਸਿਚੁਏਸ਼ਨ ਸਾਡੇ ਲਈ ਬਣ ਸਕਦੀ ਹੈ। ਇੱਕ ਹੋਰ ਸਿਚੁਏਸ਼ਨ ਵੀ ਬਣ ਸਕਦੀ ਹੈ ਇਹਨਾਂ ਦੋਨਾਂ ਨੂੰ ਆਪਸ 'ਚ ਕੰਬਾਈਨ ਕਰਨ ਦੀ। ਕੰਬਾਈਨ ਕਰਨ ਦੇ ਪ੍ਰੋਸੈਸ ਨੂੰ ਅਸੀਂ ਬੋਲਦੇ ਹਾਂ ਕੰਪੋਜੀਸ਼ਨ। ਤਾਂ ਦੂਜੀ ਸਿਚੁਏਸ਼ਨ ਕੀ ਹੈ, ਵੈਕਟਰ A ਨੂੰ ਤਾਂ ਇਸੇ ਤਰ੍ਹਾਂ ਹੀ ਰੱਖਿਆ ਔਰ ਵੈਕਟਰ B ਦੀ ਜਿਹੜੀ ਟੇਲ ਹੈ ਉਹ ਵੈਕਟਰ A ਦੀ ਟੇਲ ਦੇ ਨਾਲ ਮੈਚ ਕਰ ਦਿੱਤੀ ਲਾਈਕ ਦਿਸ। ਇਸ ਤਰ੍ਹਾਂ ਵੀ ਅਸੀਂ ਦੋ ਵੈਕਟਰਸ ਨੂੰ ਆਪਸ 'ਚ
ਪਲੇਸ ਕਰ ਸਕਦੇ ਹਾਂ ਜਦੋਂ ਅਸੀਂ ਐਡੀਸ਼ਨ ਕਰਨੀ ਹੈ। ਤਾਂ ਹੁਣ ਕੀ ਰਿਜ਼ਲਟੈਂਟ ਨਿਕਲ ਕੇ ਆਉਂਦਾ ਹੈ, ਇਹਨਾਂ ਦੋਨਾਂ ਦਾ ਜਦੋਂ ਐਡੀਸ਼ਨ ਦਾ ਸਮ ਜਿਹੜਾ ਹੋਏਗਾ ਉਹ ਕਿਹਦੇ ਬਰਾਬਰ ਹੋਏਗਾ। ਤਾਂ ਜਦੋਂ ਤਾਂ ਬੱਚਿਓ ਕਿਸੇ ਇੱਕ ਵੈਕਟਰ ਦੇ ਹੈਡ ਤੇ ਦੂਜੇ ਦੀ ਟੇਲ ਰੱਖੀ ਜਾਏਗੀ ਤਾਂ ਜਿਹੜਾ ਰਿਜ਼ਲਟੈਂਟ ਹੈ ਇਟ ਵਿਲ ਬੀ ਗਿਵਨ ਬਾय द थर्ड साइड ऑफ से अ ट्राइंगल। ਇਹ ਹੁਣ ਇੱਕ ਟ੍ਰਾਇੰਗਲ ਬਣ ਗਈ ਨਾ, ਤਾਂ ਇਹਨਾਂ ਦੋਨਾਂ ਦਾ ਜਿਹੜਾ ਰਿਜ਼ਲਟੈਂਟ ਹੈ ਦਿਸ ਵਿਲ ਬੀ ਗਿਵਨ ਬਾय द थर्ड साइड। और ਇਹ ਜਿਹੜੀ थर्ड साइड है ਇਹਦੀ डायरेक्शन समझो, ए इस तरफ जा रहा सी, बी इस तरफ जा रहा सीगा, और ए वाला वैक्टर अगर साइक्लिक ऑर्डर च लेंदे तो इस तरफ जाना चाहिए सी, बट ये इन्हां दोनों की डायरेक्शन ऑफ मूवमेंट दे ऑपोजिट है, लाइक ए इस डायरेक्शन च है। तो इसनूं असीं लिखांगे आर वैक्टर नूं इक्वल टू वैक्टर ए जमा वैक्टर बी। ए वाला जिहड़ा एडिशन दा प्रोसेस है, दिस प्रोसेस इज बिन गवर्नड बाय अ लॉ जिसनूं असीं कहने हाँ ट्राइंगल लॉ ऑफ वैक्टर एडिशन। ट्राइंगल लॉ ऑफ वैक्टर एडिशन। तो पहला जिहड़ा तुहानूं फंडामेंटल लॉ समझना है वैक्टर एडिशन का, वो है ट्राइंगल लॉ ऑफ वैक्टर एडिशन। ਹੁਣ ट्राइंगल लॉ ऑफ वैक्टर एडिशन की है कि ਅਸੀਂ दो वैक्टर्स ने ए ਤੇ B ਉਹਨਾਂ ਨੂੰ ਐਡ ਕਰਨਾ ਹੈ। ਤਾਂ ਇਸ ਤਰ੍ਹਾਂ ਅਸੀਂ ਰੱਖਿਆ ਕਿ ਜਿਹੜਾ ਇੱਕ ਵੈਕਟਰ ਹੈ ਉਹਦੀ ਟੇਲ ਪਹਿਲੇ ਵੈਕਟਰ ਦੇ ਹੈਡ ਦੇ ਨਾਲ ਕੋਇਨਸਾਈਡ ਕਰਦੀ ਹੈ। ਤਾਂ ਇਹਨਾਂ ਦੋਨਾਂ ਦਾ ਜਿਹੜਾ ਰਿਜ਼ਲਟੈਂਟ ਹੈ that will be given by the third side of the triangle taken in the opposite order। ਤਾਂ ਇੱਕ ट्राइंगल बन गई, ਤਾਂ ਇਹ ट्राइंगल लॉ ऑफ वैक्टर एडिशन है। ਹੁਣ ਇਸ ਦਾ ਇਹ ਤਾਂ लॉ है, डेफिनेशन है, डिफाइन हो चुकी है। इस दा असी एनालिटिकल प्रूफ या मैथमेटिकल प्रूफ अगली क्लास डिस्कस करांगे। हुण दूसरी सिचुएशन देखो, आ है वैक्टर ए और आ है वैक्टर बी। हुण दोनों दी टेल आपस च ज्वाइन कर रही है, मतलब पहले दी टेल ते दूसरे दी भी टेल। हुण असी इन्हां दी एडिशन करनी है, किवें करांगे? तो देखो वैक्टर ए दे पैरेलल बच्चों तुसी एक होर वैक्टर ड्रॉ कर देना है लाइक दिस। हुण इस जिहड़ा वैक्टर ड्रॉ किया है ਇਹਦਾ मैग्नीट्यूड ओरिजिनल वैक्टर ਦੇ बराबर होनी चाहिए है और डायरेक्शन भी सेम होनी चाहिए है। तो इन्हां दोनों ਨੂੰ ਅਸੀਂ पैरेलल वैक्टर्स कहांगे, ठीक है जी। इसी तरह आ जिहड़ा वैक्टर बी है इस दे भी पैरेलल तुसी एक होर वैक्टर ज्वाइन कर दो, इस तरह बना दो, ड्रॉ कर दो, ठीक है। तो आ हो गया जी वैक्टर बी वैक्टर। तो हुण ये अगर ध्यान दे नाल देखो दिस इज अ पैरेललोग्राम, की बनी है तुहाडी पैरेललोग्राम। तो हुण इन्हां जिहड़े दो वैक्टर्स दा रिजल्टेंट है दैट विल बी गिवन बाय इन्हां दा कॉमन पॉइंट ऑफ इंटरसेक्शन लो, वैक्टर ए ते वैक्टर बी दा कॉमन पॉइंट ऑफ इंटरसेक्शन लो। उस कॉमन पॉइंट ऑफ इंटरसेक्शन तो एक डायगोनल बनाओ। नाउ दिस इज द डायगोनल ऑफ पैरेललोग्राम। तो ये जिहड़ा डायगोनल वैक्टर है वैक्टर आर, ये सानू देगा रिजल्टेंट ऑफ वैक्टर ए विथ वैक्टर बी। ये वाला जिहड़ा मैं तरीका समझाया तुहानू, दिस इज बीन गवर्नड बाय अनदर लॉ ऑफ वैक्टर एडिशन which is called as parallelogram law of vector addition। parallelogram law of vector addition। ਤਾਂ ਮੈਂ ਸਮਝਦਾ ਕਿ ਤੁਸੀਂ ਹੁਣ ਇਹ ਤਾਂ ਗੱਲ ਸਮਝ ਚੁੱਕੇ ਹੋ ਕਿ ਜਦੋਂ ਵੈਕਟਰ ਐਡੀਸ਼ਨ ਕਰਨੀ ਹੈ ਤਾਂ ਸਾਡੇ ਲਵੇ ਦੋ ਲਾਜ਼ ਨੇ, ਇੱਕ ਹੈ ਟ੍ਰਾਇੰਗਲ ਲਾਅ ਔਰ ਇੱਕ ਹੈ ਪੈਰਲਲੋਗ੍ਰਾਮ ਲਾਅ। ट्राइंगल लॉ उस टाइम ते लगावांगे जदों एक वैक्टर दी टेल दूजे दे हैड दे नाल ज्वाइन करती है, और पैरेललोग्राम उदों लगावांगे जदों दोनों दियां टेल्स आपस च कोइंसाइड करदियां ने। एक होर भी लॉ जिहड़ा है वो वैक्टर एडिशन नूं सप्लीमेंट करदा है, दैट इज पॉलीगन लॉ ऑफ वैक्टर एडिशन। पॉलीगन का मतलब है कि साडे लवे बहुत सारे वैक्टर्स ने। सपोज आ एक वैक्टर है जी ए वैक्टर, आ एक वैक्टर है जी बी वैक्टर, फिर एक आ वैक्टर है जी सी वैक्टर, फिर एक आ वैक्टर है जी डी वैक्टर। हुण असीं सारिਆਂ ਨੂੰ ऐड करना है। किवें ऐड करांगे? तो इसदा आंसर बड़ा सिंपल है। वैक्टर्स के केस मैं तुहानूं एक परमिशन दी है, फ्रीडम दी है कि तुसीं उहनूं चक के एक जगह तो दूसरी जगह ते लैके जा सकते हो
बट कंडीशन है कि मैग्नीट्यूड ते डायरेक्शन नहीं बदलोगे। तो पहला वैक्टर लेता, ਇਹਦੇ ਹੈਡ ਤੇ ਦੂਜੇ ਦੀ ਟੇਲ ਰੱਖ ਦੇਣੀ ਹੈ ਲਾਈਕ ਦਿਸ। ਠੀਕ ਹੈ ਬੱਚਿਓ, ਹੁਣ ਦੂਜੇ ਦੇ ਹੈਡ ਤੇ ਤੀਜੇ ਦੀ ਟੇਲ ਰੱਖ ਦੇਣੀ ਹੈ ਲਾਈਕ ਦਿਸ, ਔਰ ਤੀਸਰੇ ਦੇ ਹੈਡ ਤੇ ਚੌਥੇ ਦੀ ਟੇਲ ਰੱਖ ਦੇਣੀ ਹੈ ਲਾਈਕ ਦਿਸ। ठीक है, तो आ एक पॉलीगन बन रही है बट ओपन पॉलीगन है। और देखो तुसी इन्हां दा ऑर्डर ऑफ रोटेशन की है एंटी क्लॉकवाइज, उरों दी उरे तक इत्थे इस तरह जा रहे ने एंटी क्लॉकवाइज सेंस। हुण इन्हां दा जिहड़ा रिजल्टेंट है इट विल बी गिवन बाय द ओपन साइड ऑफ द पॉलीगन टेकन इन द ऑपोजिट ऑर्डर। ऑपोजिट ऑर्डर का मतलब क्लॉकवाइज। तो आ हो गया जी साडा आर वैक्टर। हुण ये जिहड़ा वैक्टर आर है ये किस दे बराबर होएगा? तो आंसर है ए होएगा वैक्टर ए प्लस वैक्टर बी प्लस वैक्टर सी प्लस वैक्टर डी। ये कोई जरूरी नहीं है कि 4 वैक्टर्स होंगे ता ही पॉलीगन लावांगे। 4 लियाओ, 8 लियाओ, 20 लियाओ, 50 लियाओ, जिन्ने मर्जी वैक्टर लियाओ, जदों एडिशन करना है तो इस तरह एक पॉलीगन लॉ ऑफ वैक्टर एडिशन की मदद दे नाल असीं सारिआं नूं आपस च ऐड कर दिंदे हां। मैं अज तुहानूं एक गल बड़ी क्लीयरली दसना चाहना कि ये जिहड़ा वैक्टर्स का कॉन्सैप्ट है ये इन्ना कु ज़्यादा इंपॉर्टेंट है कि जिस बच्चे ने क्लास 11th दी वैक्टर्स नूं अच्छी तरह इवैल्यूएट नहीं किया, स्टडी नहीं किया, तो क्लास 12th दी जिहड़ी फिजिक्स है, जिमें ही तुसी क्लास 12th च एंट्री करते हो, फर्स्ट लैक्चर है जिहड़ा, फर्स्ट यूनिट है जिहड़ा, उहदे च न्यूमैरिकल्स की बंबार्डमेंट हुंदी है। तो न्यूमैरिकल्स बिना तुसी वैक्टर अलजेब्रा की नॉलेज दे सॉल्व नहीं कर सकती। तो इत्थे बच्चों एक शुरुआत है, हाले मैं तुहानूं एक इंट्रोडक्शन दी है। हुण इन्हां च होर बहुत सारियां डिटेल्स ने, ये मैथेमैटिकल फॉर्मूलाज नूं असीं सिद्ध किवें करदे हां, प्रूफ किवें करदे हां, या आह वाला जिहड़ा रिजल्ट है इहनूं भी असीं किवें प्रूफ करदे हां, ये असीं सबसीक्वेंट क्लासेस डिस्कस करांगे। सो आई होप कि तुहाने अज दे लैक्चर नूं अच्छी तरह समझा है ते इंजॉय कीता होएगा। हुण इस लैक्चर दे विच, इस लैक्चर नूं देखण तो बाद तुसी ਇਹ ਸਾਰੀਆਂ ਚੀਜ਼ਾਂ ਦੇ ਆਨਸਰਸ ਦੇਖ ਸਕਦੇ ਹੋ। ਬਈ ਜ਼ੀਰੋ ਵੈਕਟਰ ਕੀ ਹੁੰਦਾ ਹੈ, ਜ਼ੀਰੋ ਵੈਕਟਰ ਦੀਆਂ ਪ੍ਰੋਪਰਟੀਆਂ ਕੀ ਹੁੰਦੀਆਂ ਨੇ, ਕਿਉਂ ਇਸ ਨੂੰ ਡਿਫਾਈਨ ਕਰਨ ਦੀ ਲੋੜ ਪਈ। ਜਦੋਂ ਅਸੀਂ ਮਲਟੀਪਲੀਕੇਸ਼ਨ ਕਰਦੇ ਹਾਂ ਕਿਸੇ ਵੈਕਟਰ ਕੁਆਂਟੀਟੀ ਦੀ ਰੀਅਲ ਨੰਬਰ ਦੇ ਨਾਲ, ਦੈਨ ਵਾਟ ਹੈਪਨਸ। ਜਦੋਂ ਅਸੀਂ ਕਿਸੇ ਵੈਕਟਰ ਨੂੰ ਸਕੇਲਰ ਦੇ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਕੀ ਹੁੰਦਾ ਹੈ, ਔਰ ਜਿਹੜੇ ਵੈਕਟਰ ਐਡੀਸ਼ਨ ਹੈ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਮੀਨਸ ਕਿਹੜੇ-ਕਿਹੜੇ ਲਾਜ਼ ਨੇ ਜਿਹੜੇ ਵੈਕਟਰ ਐਡੀਸ਼ਨ ਨੂੰ ਗਵਰਨ ਕਰਦੇ ਨੇ। ਤਾਂ ਤੁਹਾਨੂੰ ਦੱਸਿਆ ਹੈ ਅੱਜ ਕਿ ਵੈਕਟਰ ਐਡੀਸ਼ਨ ਦੇ 3 ਲਾਜ਼ ਨੇ। फर्स्ट इज ट्राइंगल लॉ ऑफ वेक्टर एडिशन, सेकंड इज पैरेललोग्राम लॉ ऑफ वेक्टर एडिशन, थर्ड इज पॉलीगन लॉ ऑफ वेक्टर एडिशन। अगली क्लास दे विच इन्हां लॉज दी होर ज्यादा डिटेल इन्वेस्टिगेशन असीं करांगे। अज लई इन्ना बहुत है। थैंक यू वेरी मच।